Welcome to all my viewers on my YouTube channel. Just do it for a bright future. Today, I'm discuss about to the realisms of the earth ਵੀ ਅਰਥ ਦਾ ਕਿਸ ਤਰੀਕੇ ਨਾਲ ਰਿਲੀਜਨ ਹੋਇਆ ਇਸ ਚੀਜ਼ ਦੇ ਬਾਰੇ ਅੱਜ ਅਸੀਂ ਪੜਾਂਗੇ। ਇਹ ਲੈਸਨ ਨੰਬਰ 5 ਆ ਜੀਓਗ੍ਰਾਫੀ ਦਾ ਕਲਾਸ 6 ਦਾ ਤੇ ਅੱਜ ਅਸੀਂ ਇਸ ਦੇ ਬਾਰੇ ਪੂਰੀ ਡਿਟੇਲ ਨਾਲ ਪੜਾਂਗੇ। ਮੈਂ ਸੁਰਿੰਦਰ ਕੁਮਾਰ ਜਿਹੜਾ ਕਿ ਇਹ ਤੁਹਾਨੂੰ ਲੈਸਨ ਟੀਚ ਕਰੂੰਗਾ ਤੇ ਇਹਦੇ ਵਿੱਚ ਅਸੀਂ ਇੰਟਰਸਟਿੰਗ ਫੈਕਟ ਪੜਾਂਗੇ ਅਰਥ ਦੇ ਬਾਰੇ ਤੇ ਅਰਥ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਚੇਂਜਸ ਆਈਆਂ ਉਹ ਸਾਰੀਆਂ ਚੀਜ਼ਾਂ ਅਸੀਂ ਪੜਾਂਗੇ। ਲੈਟਸ ਸਟਾਰਟ ਦਿਸ ਸੈਸ਼ਨ। ਦੇਖੋ ਫਸਟ ਲੈਸਨ ਜਿਹੜਾ ਸਟਾਰਟ ਹੁੰਦਾ ਵਾ ਜਿਹਦੇ ਵਿੱਚ ਅਸੀਂ ਪੜਾਂਗੇ ਰਿਲੀਜਨਸ ਆਫ ਦੀ ਅਰਥ। ਅਰਥ ਕਿਸ ਤਰੀਕੇ ਨਾਲ ਸਟਾਰਟ ਹੋਈ। ਜਿਹੜੀ ਅਰਥ ਸਾਡੀ ਆ ਉਹ ਯੂਨੀਕ ਪਲੈਨਟ ਆ। ਜੇ ਅਸੀਂ ਦੇਖਿਆ ਜਾਵੇ ਸਾਡੇ ਸੋਲਰ ਸਿਸਟਮ ਦੇ ਅਕੋਰਡਿੰਗ ਤਾਂ ਇਹ ਇੱਕ ਅਜਿਹਾ ਹੀ ਪਲੈਨਟ ਆ ਜਿੱਥੇ ਹੈਬੀਟੇਟਸ ਤੇ ਹੋਰ ਸਪੋਰਟਿਵ ਲਾਈਫ ਦੇ ਲਈ ਜਿਹੜੀਆਂ ਚੀਜ਼ਾਂ ਨੇ ਉਹ ਮਿਲਦੀਆਂ ਨੇ। ਤਾਂ ਇਸ ਕਰਕੇ ਕੁਝ ਕੁ ਕੰਡੀਸ਼ਨਾਂ ਕਰਕੇ ਜਿਵੇਂ ਮਾਰਸ ਤੇ ਹੋਰ ਅਦਰ ਪਲੈਨਟਸ ਨੇ ਸੋਲਰ ਸਿਸਟਮ ਦੇ ਉਹ ਫੇਵਰੇਬਲ ਕੰਡੀਸ਼ਨਸ ਨਹੀਂ ਦੇ ਸਕੀਆਂ ਲਾਈਫ ਦੇ ਲਈ, ਤਾਂ ਕਰਕੇ ਉੱਥੇ ਜਿਹੜਾ ਅੱਜ ਵੀ ਲਾਈਫ ਦਾ ਕੋਈ ਸਬਸਟੈਂਸ ਨਹੀਂ ਮਿਲ ਰਿਹਾ ਸਾਨੂੰ। ਅਤੇ ਬਟ ਜਿਹੜਾ ਅਰਥ ਆ ਉਹਦੇ ਵਿੱਚ 3 ਤਰ੍ਹਾਂ ਦੇ ਰਿਲੀਜ਼ਮਸ ਨੇ ਜਿਹੜੇ ਸਾਨੂੰ ਲੈਂਡ, ਵਾਟਰ, ਏਅਰ, ਇਹ ਤਿੰਨੀ ਚੀਜ਼ਾਂ ਚਾਹੀਦੀਆਂ ਨੇ। ਇਹ ਸਾਨੂੰ ਅਰਥ 'ਤੇ ਅਵੇਲੇਬਲ ਨੇ ਤਾਂ ਕਰਕੇ ਸਸਟੇਨ ਲਾਈਫ ਇੱਥੇ ਐਗਜ਼ਿਸਟ ਹੋ ਸਕੀ। ਜਿਹੜਾ ਲੈਂਡ ਮਾਸ ਆ ਸੋਲਿਡ ਕਰਸਟ ਆਫ ਅਰਥ ਇਜ਼ ਕਾਲਡ ਲਿਥੋਸਪੀਅਰ। ਜਿਹੜਾ ਸਭ ਤੋਂ ਜ਼ਿਆਦਾ ਕਠੋਰ ਹਿੱਸਾ ਹੁੰਦਾ ਧਰਤੀ ਦਾ ਉਹਨੂੰ ਅਸੀਂ ਲਿਥੋਸਪੀਅਰ ਕਹਿੰਦੇ ਹਾਂ। ਅਤੇ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਜਾਣੀ ਕਿ ਵਾਟਰ ਮਾਸ ਮਿਲਦਾ ਵਾ ਉਹਨੂੰ ਓਸ਼ੀਅਨ ਜਾਂ ਸੀ ਹੁੰਦਾ ਵਾ ਉਹਨੂੰ ਅਸੀਂ ਹਾਈਡਰੋਸਪੀਅਰ ਕਹਿੰਦੇ ਹਾਂ। ਰਿਲੀਮਸ ਆਫ ਦੀ ਆ ਏਅਰ, ਜਿਹੜੀ ਏਅਰ ਆ ਸਾਡੇ ਆਲੇ ਦੁਆਲੇ ਚੱਲ ਰਹੀ ਆ ਸਰਾਊਂਡਿੰਗ ਦੇ ਵਿੱਚ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ ਐਟਮੋਸਫੀਅਰ। ਤਾਂ ਇਹ 3 ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਜੇਕਰ ਇੱਕ ਪਲੈਨਟ ਦੇ ਉੱਤੇ ਲਾਈਫ ਨੂੰ ਸਰਵਾਈਵ ਕਰਵਾਉਣਾ ਵਾ। ਫਸਟ ਹੈ ਦੇਖੋ ਲਿਥੋਸਪੀਅਰ ਕੀ ਹੁੰਦਾ ਹੁਣੀ ਆਪਾਂ ਡਿਸਕਸ ਕੀਤਾ। ਜਿਹੜਾ ਲਿਥੋਸਫੀਅਰ ਹੁੰਦਾ ਵਾ, ਲਿਥੋਸਪੀਅਰ ਕੀ ਆ ਮੀਨਸ ਸਟੋਨਸ। ਇੱਕ ਸਟੋਨਸ ਹੁੰਦੇ ਆ ਇਹ ਜਿਹੜੇ ਕਿ ਇਹਦਾ ਮਤਲਬ ਕੀ ਹੋਇਆ ਇੱਕ ਸੋਲਿਡ ਕਰਸਟ ਸੀਗੀ ਜਿਹੜੀ ਅਰਥ ਦੀ ਜਿਹਦੇ ਵਿੱਚ ਡਿਫਰੈਂਟ ਟਾਈਪਸ ਦੇ ਜਿਹੜੇ ਨੇ ਲੈਂਡ ਮਾਸ ਤੇ ਸਾਈਜ਼ ਤੇ ਸਮੋਲ ਹੁੰਦਾ ਗਿਆ। ਈਵਨ ਅਨਈਵਨ ਵੀ ਆ, ਹਾਈ ਕਿਤੇ ਹਾਈ ਮਾਊਂਟੇਨਸ ਨੇ, ਡੀਪ ਵੈਲੀਜ਼ ਨੇ, ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲੀਆਂ। ਤਾਂ ਕਰਕੇ ਇਸ ਨੂੰ ਸੀ ਲੈਵਲ ਦੇ ਨਾਲ ਮੇਜਰ ਕੀਤਾ ਗਿਆ। ਹਾਈਐਸਟ ਜਾਂ ਤੁਸੀਂ ਕਹਿ ਦਿਓ ਹਾਈਐਸਟ ਜਿਹੜੀ ਇੱਕ ਪੀਕ ਆ ਜਿਹਨੂੰ ਅਸੀਂ ਮਾਊਂਟ ਐਵਰੈਸਟ ਦੇ ਨਾਮ ਨਾਲ ਜਾਣਦੇ ਹਾਂ 1848 ਮੀਟਰ ਜਿਹੜੀ ਉੱਚੀ ਆ। ਅਤੇ ਇੱਕ ਡੀਪੈਸਟ ਟਰਸਟ ਵੀ ਆ ਮੈਰੀਨਾ ਟਰਸਟ ਜਿਹੜੀ ਕਿ 10,911 ਵੀ ਆ ਸੀ ਲੈਵਲ ਦੇ ਅਕੋਰਡਿੰਗ। ਸੀ ਲੈਵਲ ਦੇ ਅਕੋਰਡਿੰਗ ਹੀ ਅਸੀਂ ਲਿਥੋਸਪੀਅਰ ਨੂੰ ਮਾਪਦੇ ਹਾਂ। ਹੁਣ ਲਿਥੋਸਪੀਅਰ ਦੀ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਦੇਖੋ। ਲੈਂਡ ਫਾਰਮ ਕੀ ਨੇ, ਜ਼ਿਆਦਾਤਰ ਇਹਨਾਂ ਨੂੰ ਜਿਹੜੀਆਂ ਫਾਰਮਸ ਆਉਂਦੀਆਂ ਨੇ ਲੈਂਡ ਦੀਆਂ ਉਹਨੂੰ ਲਿਥੋਸਪੀਅਰ ਦੇ ਵਿੱਚ ਲਿਆ ਜਾਂਦਾ ਵਾ। ਇਹ ਅਰਥ ਦੇ ਸਰਫਸ ਜਿਹੜਾ ਵਾ ਉਹਨੂੰ ਡਿਵਾਈਡ ਕੀਤਾ ਗਿਆ 3 ਮੇਨ ਕੈਟਾਗਰੀਜ਼ ਦੇ ਵਿੱਚ, ਮਾਊਂਟੇਨਸ, ਪਲੈਟਿਊਸ ਅਤੇ ਪਲੇਨ। ਇਹ 3 ਹਿੱਸਿਆਂ ਦੇ ਵਿੱਚ ਜਿਹੜੀ ਆ ਲਿਥੋਸਪੀਅਰ ਨੂੰ ਡਿਵਾਈਡ ਕੀਤਾ ਗਿਆ। ਮਾਊਂਟੇਨਸ ਕੀ ਹੈ ਇੱਕ ਹਾਇਰ ਦੈਨ ਹੁੰਦੇ ਆ ਸਰਾਊਂਡਿੰਗ ਏਰੀਆ ਜਿੱਥੇ ਕੀ ਆ ਸਟੀਫਰ ਸਾਈਡ ਹੁੰਦੀਆਂ, ਤਿੱਖੀਆਂ ਜਿਹੀਆਂ ਢਲਾਨਾਂ ਹੁੰਦੀਆਂ ਨੇ, ਕੋਨਿਕ ਟੌਪਸ ਹੁੰਦੀਆਂ ਨੇ, ਤਾਂ ਉਹਨੂੰ ਮਾਊਂਟੇਨਸ ਕਿਹਾ ਗਿਆ ਵਾ। ਅਤੇ ਮਾਊਂਟੇਨਸ ਇੱਕ ਚੇਨਸ ਦੇ ਵਿੱਚ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮਾਊਂਟੇਨ ਰੇਂਜ ਵੀ ਕਹਿੰਦੇ ਹਾਂ। ਇਹ ਸਿਸਟੇਮੈਟਿਕ ਵੇ ਦੇ ਨਾਲ ਹੁੰਦੀਆਂ ਨੇ, ਇਹਨੂੰ ਮੇਡ ਕੀਤਾ ਜਾਂਦਾ, ਇਹਨਾਂ ਨੂੰ ਸੈਡੀਮੈਂਟਰੀ ਰੌਕਸ ਵੀ ਕਿਹਾ ਜਾਂਦਾ ਵਾ। ਅਤੇ ਯੰਗਰ ਫੋਲਡ ਮਾਊਂਟੇਨਸ ਵੀ ਹੁੰਦੇ ਆ। ਆ ਦਿਖਾਇਆ ਗਿਆ ਮਾਊਂਟੇਨਸ, ਆ ਦਿਖ ਰਿਹਾ ਤੁਹਾਨੂੰ ਮਾਊਂਟੇਨਸ ਦੀ ਪਿਕਚਰ। ਪਲੈਟਿਊ ਕੀ ਹੁੰਦੀ ਆ, ਪਲੈਟਿਊ ਇੱਕ ਬਰੋਡਨ ਅਤੇ ਲੈਵਲ ਸਟ੍ਰੈਚ ਹੁੰਦੀ ਆ ਲੈਂਡ ਦੀ ਜਿਹੜੀ ਕਿ ਰਾਈਜ਼ ਹੁੰਦੀ ਆ ਅਤੇ ਇਹਨੂੰ ਸਰਾਊਂਡਿੰਗ ਰੀਜਨ ਦੇ ਵਿੱਚ ਲਗਾਇਆ ਜਾਂਦਾ। ਪਲੈਟਿਊਸ ਨੂੰ ਅਸੀਂ ਟੇਬਲ ਲੈਂਡ ਵੀ ਕਹਿੰਦੇ ਹਾਂ। ਸਮ ਇੰਪੋਰਟੈਂਟਸ ਜਿਹੜੇ ਪਲੈਟਿਊਸ ਨੇ ਵਰਲਡ ਦੇ ਵਿੱਚ ਜਿਹਨੂੰ ਡੈਕਨ ਪਲੈਟਿਊ ਇਨ ਇੰਡੀਆ ਅਤੇ ਬਹੁਤ ਸਾਰੇ ਹੋਰ ਪਲੈਟਿਊਸ ਨੇ ਜਿਹੜੇ ਕਿ ਇੱਥੇ ਦੇਖਣ ਨੂੰ ਮਿਲਦੇ ਆ ਜਿਵੇਂ ਤਿੱਬਤ ਪਲੈਟਿਊਸ, ਸੈਂਟਰਲ ਅਫਰੀਕਨ ਪਲੈਟਿਊਸ, ਬਹੁਤ ਸਾਰੇ ਪਲੈਟਿਊਸ ਹੁੰਦੇ ਆ। ਪਲੈਟਿਊ ਨੂੰ ਪਠਾਰ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਜਿਹੜੇ ਕਿ ਕਾਫੀ ਯੂਜ਼ਫੁਲ ਵੀ ਹੁੰਦੇ ਆ। ਇਹਨਾਂ ਦੇ ਵਿੱਚੋਂ ਸਾਨੂੰ ਮਿਨਰਲਸ ਮਿਲਦੇ ਆ। ਉਸ ਤੋਂ ਬਾਅਦ ਹੈ ਪਲੇਨ ਏਰੀਆ। ਪਲੇਨਸ ਆਰ ਦੀਆਂ ਰੈਲੇਟਿਵਸ ਦੀਆਂ ਫਲੈਟ ਸਟ੍ਰੈਚ ਆਫ ਦੀਆਂ ਲੈਂਡ ਦੈਟ ਨਾਟ ਟੂ ਬੀ ਅ ਹਾਈ ਅਬਵ ਟੂ ਦੀਆਂ ਲੈਵਲ। ਇਹ ਸੀ ਲੈਵਲ ਤੋਂ ਜ਼ਿਆਦਾ ਉੱਚੇ ਨਹੀਂ ਹੁੰਦੇ ਹੈਗੇ। ਅਤੇ ਇਹ ਕੀ ਹੁੰਦੇ ਆ, ਇਹ ਜਿਹੜੇ ਸੈਡੀਮੈਂਟਲਸ ਜਿਹੜੇ ਰਿਵਰਸ ਲੈ ਕੇ ਆਉਂਦੀਆਂ ਨੇ ਜਾਂ ਮਾਊਂਟੇਨਸ ਤੋਂ ਨਿਕਲਦੀਆਂ ਨੇ ਉੱਥੋਂ ਜਿਹੜੀ ਮਿੱਟੀ ਲੈ ਕੇ ਆਉਂਦੇ ਆ ਉਹ ਵਿਛਾ ਦਿੰਦੇ ਆ। ਅਤੇ ਇਹਨਾਂ ਕਰਕੇ ਇਹ ਏਰੀਆ ਜਿਹੜਾ ਵਾ ਕਾਫੀ ਫਰਟਾਈਲ ਬਣ ਜਾਂਦਾ। ਤਾਂ ਇੱਥੇ ਡੈਂਸ ਪਾਪੂਲੇਸ਼ਨ ਵੀ ਦੇਖਣ ਨੂੰ ਮਿਲ ਜਾਓ, ਬਹੁਤ ਸਾਰੀ ਪਾਪੂਲੇਸ਼ਨ ਹੋ ਜਾਂਦੀ ਹੈ ਕਿਉਂਕਿ ਕਾਫੀ ਫਰਟਾਈਲ ਹੁੰਦਾ। ਇੱਥੇ ਈਜ਼ੀ ਹੋ ਜਾਂਦਾ ਟਰਾਂਸਪੋਰਟੇਸ਼ਨ ਨੂੰ ਕਰਨਾ ਅਤੇ ਮਦਰ ਆਫ ਹਿਊਮਨਸ ਵੀ ਕਿਹਾ ਜਾਂਦਾ ਵਾ ਇਹਨਾਂ ਨੂੰ। ਅਤੇ ਇਹਦੇ ਉੱਤੇ ਰਹਿ ਕੇ ਹੀ ਲੋਕ ਜਿਹੜੇ ਨੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਆ ਜਾਂ ਆਪਣੇ ਰਹਿਣ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦੇ ਆ। ਹੁਣ ਹੈ ਸਾਡੇ ਕੋਲ ਇੰਪੋਰਟੈਂਸ ਕੀ ਹੈ ਲਿਥੋਸਪੀਅਰ ਦੀ। ਲਿਥੋਸਪੀਅਰ ਜਿਹੜੀ ਆ ਹਾਰਡੈਸਟ ਪਾਰਟ ਹੁੰਦਾ ਵਾ ਅਰਥ ਦਾ, ਇਹਨੂੰ ਲਿਥੋਸਪੀਅਰ ਕਿਹਾ ਜਾਂਦਾ। ਇਹਦੇ ਉੱਤੇ ਸੋਇਲ ਮਿਲਦੀ ਹੈ ਜਿਹੜੀ ਕਿ ਇੱਕ ਗ੍ਰੇਟੈਸਟ ਇੰਪੋਰਟੈਂਸ ਆ ਸਾਡੇ ਲਈ ਐਗਰੀਕਲਚਰ ਅਤੇ ਪਲਾਂਟੇਸ਼ਨ ਦੇ ਲਈ, ਜਿਹਦੇ ਨਾਲ ਅਸੀਂ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਅਜਮਾ ਸਕਦੇ ਹਾਂ। ਇਹ ਹਿਊਮਨ ਅਤੇ ਐਨੀਮਲਸ ਦੋਹਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦੀਆਂ ਨੇ। ਇਹ ਸਾਰਾ ਏਰੀਆ ਦਿਖਾਇਆ ਗਿਆ ਲਿਥੋਸਫੀਅਰ ਦਾ 7 ਕੰਟੀਨੈਂਟਸ ਦੇ ਵਿੱਚੋਂ, ਜਿਵੇਂ ਇੱਥੇ ਅਫਰੀਕਾ, ਏਸ਼ੀਆ, ਯੂਰਪ, ਆਸਟ੍ਰੇਲੀਆ, ਸਾਊਥ ਅਮੈਰੀਕਾ, ਨਾਰਥ ਅਮੈਰੀਕਾ, ਰਸ਼ੀਆ, ਇਹ ਸਾਰੇ ਕਈ ਕੰਟੀਨੈਂਟਸ ਦਿਖਾਏ ਗਏ ਨੇ। ਉਸ ਤੋਂ ਬਾਅਦ ਹੈ ਦੇਰ ਆਰ 7 ਕੰਟੀਨੈਂਟਸ, ਸਾਨੂੰ ਪਤਾ ਹੀ ਹੈ ਏਸ਼ੀਆ, ਅਫਰੀਕਾ, ਨਾਰਥ ਅਮੈਰੀਕਾ, ਸਾਊਥ ਅਮੈਰੀਕਾ, ਅੰਟਾਰਕਟਿਕਾ, ਯੂਰਪ, ਆਸਟ੍ਰੇਲੀਆ।
ਤੇ ਹੁਣ ਏਸ਼ੀਆ ਦਾ ਜਿਹੜਾ ਵਾ ਉਹ ਲੈਂਡ ਦਾ 29% 29.5% ਇਹਦੇ ਕੋਲ ਏਰੀਆ ਵਾ। ਅਫਰੀਕਾ ਦੇ ਕੋਲ 20% ਆ। ਨਾਰਥ ਅਮਰੀਕਾ ਕੋਲ 16.3, ਸਾਊਥ ਅਫਰੀਕਾ ਦੇ ਵਿੱਚ ਸਾਊਥ ਅਮਰੀਕਾ ਦੇ ਵਿੱਚ 11.6, ਯੂਰਪ ਦੇ ਵਿੱਚ 6.5, ਐਂਟਾਰਕਟਿਕਾ ਦੇ ਵਿੱਚ 9.6 ਤੇ ਆਸਟ੍ਰੇਲੀਆ ਦੇ ਵਿੱਚ 5.5। ਇਹ ਕੁਝ ਕੇ ਏਰੀਆਜ਼ ਨੇ ਜਿਹੜੇ ਕਿ 7 ਕੰਟੀਨੈਂਟਸ ਨੂੰ ਪ੍ਰੋਵਾਈਡ ਹੋਏ ਨੇ। ਬਿਗੇਸਟ ਕੰਟੀਨੈਂਟ ਜਿਹੜਾ ਵਾ ਵਰਲਡ ਦਾ ਉਹ ਏਸ਼ੀਆ ਨੂੰ ਮੰਨਿਆ ਗਿਆ ਤੇ ਆਸਟ੍ਰੇਲੀਆ ਨੂੰ ਸਮੋਲੈਸਟ ਮੰਨਿਆ ਗਿਆ। ਇਸ ਕਰਕੇ ਇਹਨੂੰ ਇਜ਼ਲੈਂਡ ਵੀ ਕਿਹਾ ਜਾਂਦਾ ਵਾ, ਡਿਊ ਟੂ ਦੇਅਰ ਕੰਪੈਰੇਟਿਵਿਟੀ ਆਫ ਦੀ ਸਮੋਲਰ ਐਂਡ ਇਹ ਸਾਰਾ ਜਿਹੜਾ ਵਾ ਵਾਟਰ ਨਾਲ ਘਿਰਿਆ ਹੋਇਆ, ਤਾਂ ਕਰਕੇ ਇਹਨੂੰ ਇਜ਼ਲੈਂਡ ਵੀ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਆਈਸਲੈਂਡ ਕੀ ਹੁੰਦੇ ਆ, ਇਹ ਸਮੋਲ ਹੁੰਦੇ ਆ ਲੈਂਡ ਮਾਸ ਏਰੀਆ ਜਿਹੜਾ ਕਿ ਵਾਟਰ ਦੇ ਆਲੇ ਦੁਆਲੇ ਘਿਰਿਆ ਹੁੰਦਾ। ਕੋਈ ਅਜਿਹਾ ਏਰੀਆ ਜਿਹੜਾ ਸਿਰਫ ਛੋਟਾ ਜਿਹਾ ਟਾਪੂ ਜਿਹੜਾ ਆਲੇ ਦੁਆਲੇ ਤੋਂ ਪਾਣੀ ਨਾਲ ਘਿਰਿਆ ਹੋਵੇ ਅਤੇ ਵਿਚਾਲੇ ਜਿਹੀ ਹੀ ਕੋਈ ਵਸੋਂ ਹੋਵੇ ਤਾਂ ਉਹਨੂੰ ਇਜ਼ਲੈਂਡ ਕਿਹਾ ਜਾਂਦਾ। ਇਹ ਜੇਕਰ ਅਸੀਂ ਲੋਕੇਟ ਦੇਖੀਏ ਇਕੁਏਟਰ ਵਰਲਡ ਮੈਪ ਦੇ ਵਿੱਚ ਤਾਂ ਸਾਨੂੰ ਕੰਟੀਨੈਂਟਸ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਨਾਰਥ ਦੇ ਵਿੱਚ ਇਕੁਏਟਰ ਦੇ ਵਿੱਚ ਏਸ਼ੀਆ, ਯੂਰਪ, ਨਾਰਥ ਅਮਰੀਕਾ ਅਤੇ ਏਸ਼ੀਆ ਅਤੇ ਯੂਰਪ ਜਿਹੜੇ ਨੇ ਇੱਕ ਦੂਜੇ ਨਾਲ ਮਿਲ ਕੇ ਇੱਕ ਸੇਮ ਲੈਂਡ ਮਾਸ ਜਿਹਾ ਬਣਾਉਂਦੇ ਆ, ਜਿਹੜੇ ਕਿ ਉਹਨਾਂ ਨੂੰ ਇੱਕ ਦੂਜੇ ਨੂੰ ਅਲੱਗ ਕਰਨਾ ਬਹੁਤ ਔਖਾ ਵਾ ਲੈਂਡ ਵਾਟਰ ਮਾਸ ਦੇ ਨਾਲ, ਕਿਉਂਕਿ ਵਾਟਰ ਦੇ ਮਾਸ ਦੇ ਨਾਲ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਤਾਂ ਇਹਨੂੰ ਯੂਰੇਨ ਰਿਵਰ ਜਿਹੜੀ ਆ ਉਹ ਸੈਪਰੇਟ ਕਰਦੀ ਆ। ਇਹਨਾਂ ਦੀ ਟੂਗੈਦਰ ਜਿਹੜਾ ਏਰੀਆ ਵਾ ਉਹਨੂੰ ਅਸੀਂ ਕਹਿੰਦੇ ਹਾਂ ਯੂਰੇਸ਼ੀਆ। ਇਹ ਐਡਮਿਨਿਸਟ੍ਰੇਟਿਵ ਅਤੇ ਇਕਨੋਮਿਕ ਪਰਪਜ਼ ਲਈ ਬਹੁਤ ਜ਼ਰੂਰੀ ਆ। ਯੂਰਪ ਅਤੇ ਏਸ਼ੀਆ ਜਿਹੜਾ ਵਾ ਉਹ ਟਰੀਟ ਕੀਤਾ ਜਾਂਦਾ ਸੈਪਰੇਟ। ਅਫਰੀਕਾ ਅਤੇ ਨਾਰਥ ਅਮਰੀਕਾ ਜਿਹੜਾ ਵਾ ਉਹ ਸਾਊਥਰਨ ਐਜ਼ ਵੈਲ ਐਜ਼ ਨਾਰਥਰਨ ਹੀਮੋਸਫੇਅਰ ਦੇ ਵਿੱਚ ਮਿਲਦੇ ਆ। ਸਾਊਥ ਪੋਲ ਦੇ ਵਿੱਚ ਇਨਸਰਕਲਡ ਦੇ ਵਿੱਚ ਅੰਟਾਰਕਟਿਕਾ ਓਸ਼ਨ ਆਉਂਦਾ ਵਾ ਅਤੇ ਇਹ ਹਮੇਸ਼ਾ ਕਵਰਡ ਰਹਿੰਦਾ ਆਈਸ ਦੇ ਨਾਲ, ਯਾਨੀ ਕਿ ਠੰਡਾ ਏਰੀਆ ਵਾ। ਇਹਨੂੰ ਵਾਈਟ ਕੰਟੀਨੈਂਟ ਵੀ ਕਿਹਾ ਜਾਂਦਾ। ਯਾਦ ਰੱਖਣਾ, ਵਾਈਟ ਕੰਟੀਨੈਂਟ ਕਿਹਨੂੰ ਕਿਹਾ ਜਾਂਦਾ ਵਾ? ਅੰਟਾਰਕਟਿਕਾ ਨੂੰ। ਇਹਦੇ ਵਿੱਚ ਐਡਵਰਸ ਐਟੋਮਿਕ ਕਲਾਈਮੈਟਿਕ ਕੰਡੀਸ਼ਨਸ ਵੀ ਨੇ ਹਿਊਮਨਸ ਦੇ ਲਈ, ਹੈਬਿਟੇਸ਼ਨ ਦੇ ਲਈ ਇੱਥੇ ਰਹਿਣਾ ਬਹੁਤ ਔਖਾ ਹੋ ਜਾਂਦਾ ਵਾ। ਉਸ ਤੋਂ ਬਾਅਦ ਅਫਰੀਕਾ ਜਿਹੜਾ ਵਾ ਸੈਕਿੰਡ ਲਾਰਜੈਸਟ ਕੰਟੀਨੈਂਟ ਆ ਵਰਲਡ ਦਾ, ਜਿਹਦੇ ਵਿੱਚ 20% ਜਿਹੜੀ ਲੈਂਡ ਆ ਉਹ ਵਰਲਡ ਦੀ ਆਉਂਦੀ ਆ। ਇਹ ਕੰਟੀਨੈਂਟ ਜਿਹੜਾ ਵਾ ਸੈਪਰੇਟ ਹੁੰਦਾ ਯੂਰਪ ਤੋਂ, ਮੈਂਡੇਰੀਅਨ ਸੀਜ਼ ਤੋਂ, ਅਤੇ ਇਹ ਏਸ਼ੀਆ ਤੋਂ ਰੈੱਡ ਸੀ। ਅਤੇ ਅਫਰੀਕਾ ਜਿਹੜਾ ਕੰਟੀਨੈਂਟ ਆ ਇਹ ਇਕੁਏਟਰ ਤੋਂ ਪਾਸ ਹੁੰਦਾ, ਹਾਫਵੇ ਜਿਹੜੀ ਇਹਦੇ ਵਿੱਚੋਂ ਨਿਕਲਦੀ ਆ। ਨਾਰਥ ਅਮਰੀਕਾ ਰਿਲਾਈਜ਼ ਇੰਟਾਇਰ ਟੂ ਦੀ ਨਾਰਥ ਹੀਮੋਸਫੇਅਰ। ਨਾਰਥ ਹੀਮੋਸਫੇਅਰ ਦੇ ਵਿੱਚ ਹੀ ਨਾਰਥ ਅਮਰੀਕਾ ਰਿਲਾਈ ਕਰਦਾ ਵਾ, ਅਤੇ ਹੋਰ ਕਈ ਦਿੱਤੀਆਂ ਗਈਆਂ ਨੇ। ਅੱਗੇ ਸਾਡੇ ਕੋਲ ਹੈ ਹਾਈਡਰੋਸਫੇਅਰ। ਹਾਈਡਰੋਸਫੇਅਰ ਕੀ ਹੁੰਦੀ ਹੈ? ਅਰਥ ਦਾ ਅਜਿਹਾ ਸਰਫੇਸ ਆ ਜਿਹੜਾ ਕਿ ਵਾਟਰ ਨਾਲ ਘਿਰਿਆ ਹੋਵੇ, ਉਹਨੂੰ ਹਾਈਡਰੋਸਫੇਅਰ ਕਿਹਾ ਜਾਂਦਾ। 2/3 ਪਾਰਟ ਆਫ ਜਿਹੜਾ ਅਰਥ ਦਾ ਵਾ, ਯਾਨੀ ਕਿ 71% ਜਿਹੜਾ ਵਾ ਅਰਥ ਦਾ ਉਹ ਪਾਣੀ ਨਾਲ ਘਿਰਿਆ ਹੋਇਆ, ਜਿਹਦੇ ਵਿੱਚ ਡਿਫਰੈਂਟ ਬੋਡੀਜ਼ ਨੇ ਵਾਟਰ ਦੀਆਂ, ਜਿਵੇਂ ਓਸ਼ੀਅਨ, ਸੀਜ਼, ਲੇਕ ਅਤੇ ਰਿਵਰ ਇਹਨਾਂ ਦੇ ਵਿੱਚ ਆਉਂਦੀਆਂ ਨੇ। ਓਸ਼ਨ ਦੇਖੋ, ਓਸ਼ਨ ਕਿੰਨੇ ਤਰ੍ਹਾਂ ਦੇ? ਓਸ਼ਨ ਵੀ ਕਈ ਤਰ੍ਹਾਂ ਦੇ ਨੇ, ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ, ਜਿਵੇਂ ਪੈਸੀਫਿਕ ਓਸ਼ਨ, ਅੰਟਾਰਕਟਿਕ ਓਸ਼ਨ। ਦੈਨ ਸਾਡੇ ਕੋਲ ਹੈ ਅੰਟਾਰਕਟਿਕ ਇੰਡੀਅਨ ਓਸ਼ਨ। ਦੇਖੋ ਪੈਸੀਫਿਕ ਓਸ਼ਨ ਇਹ ਜਿਹੜਾ ਸੈਪਰੇਟ ਕਰਦਾ ਏਸ਼ੀਆ ਅਤੇ ਆਸਟ੍ਰੇਲੀਆ ਨੂੰ ਨਾਰਥ ਅਮਰੀਕਾ ਤੋਂ, ਅਤੇ ਲਾਰਜੈਸਟ ਓਸ਼ਨ ਆ ਸਾਰੇ ਓਸ਼ਨ ਦੇ ਵਿੱਚੋਂ। ਇਹ ਕਵਰ ਹੁੰਦਾ 1/3 ਏਰੀਆ ਜਿਹੜਾ ਵਾ ਅਰਥ ਦਾ। ਇਹ ਜਿਹੜਾ ਓਸ਼ਨ ਆ ਉਹ ਕਵਰ ਕਰਦਾ। ਇਹ ਲਾਰਜਰ ਦੈਨ ਇਹ ਸਾਰੇ ਕੰਟੀਨੈਂਟ ਤੋਂ, ਜੇਕਰ ਅਸੀਂ ਇਹਨੂੰ ਇਕੱਠਾ ਕਰ ਦਈਏ ਤਾਂ ਇਹ ਸਾਰਿਆਂ ਤੋਂ ਅਲੱਗ ਵੀ ਕਰਦਾ ਅਤੇ ਟੂਗੈਦਰ ਵੀ ਕਰਦਾ ਵਾ। ਇਹ ਕਾਫੀ ਵੱਡਾ ਵਾ, ਅਤੇ ਮੈਰੀਨਾ ਟ੍ਰੈਚ ਜਿਹੜਾ ਵਾ ਪੈਸੀਫਿਕ ਓਸ਼ਨ ਹੀ ਦੇ ਵਿੱਚ ਹੀ ਆ, ਅਤੇ ਇਹਦਾ ਏਰੀਆ ਜਿਹੜਾ ਵਾ ਨਾਰਥ ਅਮਰੀਕਾ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਐਕਸਟੈਂਡ ਹੋ ਜਾਂਦਾ ਵਾ। ਅੰਟਾਰਕਟਿਕ ਓਸ਼ਨ ਸੈਕਿੰਡ ਲਾਰਜੈਸਟ ਓਸ਼ਨ ਆ, ਜਿਹੜਾ ਕਿ ਸਿਚੁਏਟ ਕਰਦਾ ਵਾ ਨਾਰਥ ਅਤੇ ਸਾਊਥ ਅਮਰੀਕਾ ਦੇ ਵਿੱਚ ਇੱਕ ਸਾਈਡ ਦੇ ਉੱਤੇ, ਯੂਰਪ, ਅਫਰੀਕਾ ਦੇ ਦੂਸਰੇ ਸਾਈਡ ਦੇ ਵਿੱਚ ਵੀ ਕਰਦਾ ਵਾ। ਇਹ ਕਾਫੀ ਬਿਜ਼ੀਐਸਟ ਓਸ਼ਨ ਕਿਹਾ ਜਾਂਦਾ ਵਰਲਡ ਦਾ, ਕਿਉਂਕਿ ਇਹ ਇੰਪੋਰਟੈਂਟ ਆ ਸੀ ਰੂਟ ਦੇ ਲਈ, ਅਤੇ ਇਹਦੇ ਵਿੱਚ ਕਈ ਰੂਟ ਜਿਹੜੇ ਨੇ ਉਹ ਪਾਸ ਹੁੰਦੇ ਆ, ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਵਾ ਕਮਰਸ਼ੀਅਲ ਪਰਪਜ਼ ਦੇ ਲਈ ਵੀ। ਇੰਡੀਅਨ ਓਸ਼ਨ ਇਹ ਓਨਲੀ ਓਸ਼ਨ ਆ ਜਿਹਨੂੰ ਨੇਮਡ ਦਿੱਤਾ ਗਿਆ ਆਫਟਰ ਕੰਟਰੀ ਆਫ ਇੰਡੀਆ। ਇਹਨੂੰ ਸਿਰਫ ਇੰਡੀਆ ਦੀ ਕੰਟਰੀ ਦੇ ਨਾਮ ਦੇ ਉੱਤੇ ਹੀ ਦਿੱਤਾ ਗਿਆ ਇੰਡੀਅਨ ਓਸ਼ਨ। ਇਹਦੇ 3 ਕੰਟੀਨੈਂਟਸ ਜਿਹੜੇ ਨੇ ਇਹਨੂੰ ਆਲੇ ਦੁਆਲੇ ਘੇਰਦੇ ਨੇ, ਜਿਵੇਂ ਏਸ਼ੀਆ ਦੇ ਇਹ ਨਾਰਥ ਦੇ ਵਿੱਚ ਆ, ਅਫਰੀਕਾ ਇਨ ਸਾਊਥ ਦੇ ਵਿੱਚ ਹੋਏਗਾ, ਤਾਂ ਇਹ ਸਾਰੇ ਨੇ ਇਹਦੇ ਵਿੱਚ ਆਉਣਗੇ। ਅੰਟਾਰਕਟਿਕ ਓਸ਼ਨ, ਅੰਟਾਰਕਟਿਕ ਸਭ ਤੋਂ ਛੋਟਾ ਓਸ਼ਨ ਆ ਵਰਲਡ ਦਾ, ਅਤੇ ਇਨਸਰਕਲ ਕਰਦਾ ਹੈ ਨਾਰਥ ਪੋਲ ਦੇ ਵਿੱਚ। ਇਹ ਰਿਲਾਈ ਕਰਦਾ ਅੰਟਾਰਕਟਿਕ ਸਰਕਲ ਦੇ ਵਿੱਚ। ਇਹ ਕਾਫੀ ਨੈਰੋ ਸਟ੍ਰੈਚ ਆ ਵਾਟਰ ਦਾ, ਅਤੇ ਤਾਂ ਕਰਕੇ ਇਹ ਪੈਸੀਫਿਕ ਓਸ਼ਨ ਦੇ ਨਾਲ ਕਨੈਕਟਡ ਆ। ਠੀਕ ਹੈ ਜੀ, ਅਤੇ ਹੋਰ ਇਹਦੇ ਵਿੱਚ ਜ਼ਿਆਦਾ ਕੁਛ ਕਰਨ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਹੈ ਇੰਪੋਰਟੈਂਸ ਆਫ ਹਾਈਡਰੋਸਫੇਅਰ ਵਾਟਰ ਦੀ। ਹੁਣ ਸਾਨੂੰ ਸਭ ਨੂੰ ਪਤਾ ਵੀ ਇਹ ਸਰਵਾਈਵਲ ਕਰਨ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਿਰਫ ਹਿਊਮਨ ਬੀਇੰਗਸ ਦੇ ਲਈ, ਨਾਨ ਹਿਊਮਨ ਬੀਇੰਗਸ ਦੇ ਲਈ ਵੀ, ਅਤੇ ਇਹ ਰਿਵਰਸ ਅਤੇ ਹੋਰ ਸਾਰੀਆਂ ਚੀਜ਼ਾਂ ਲਈ ਵੀ ਇੱਕ ਯੂਜ਼ਫੁਲ ਆ, ਅਤੇ ਇੱਕ ਟ੍ਰੇਡ ਨੂੰ ਵੀ ਪ੍ਰਮੋਟ ਕਰਦਾ ਮੈਰੀਨ ਐਕਟੀਵਿਟੀਜ਼ ਦੇ ਲਈ। ਮੈਰੀਨ ਦਾ ਮਤਲਬ ਸਮੁੰਦਰੀ ਜਹਾਜ਼ਾਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਸ ਪਲੇ ਕਰਦਾ ਵਾ। ਆਹ ਦਿਖਦਾ ਵਾ ਜਿਹੜਾ ਐਟਮੋਸਫੀਅਰ ਬਾਰੇ ਦੱਸਿਆ ਗਿਆ, ਮਿਕਸਚਰ ਆਫ ਗੈਸਿਸ ਕਿਹੜੀਆਂ ਨੇ? 78% ਨਾਈਟ੍ਰੋਜਨ ਆ, 21% ਜਿਹੜੀ ਆ ਸਾਡੀ ਆਕਸੀਜਨ ਆ, ਅਤੇ ਉਸ ਤੋਂ ਬਾਅਦ ਕਾਰਬਨ ਡਾਈਆਕਸਾਈਡ, ਆਰਗਨ, ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਥਿੰਗਸ ਨੇ ਇਹ ਯੂਜ਼ਫੁਲ ਹੁੰਦੀਆਂ ਨੇ।
ਤੇ ਇਹ ਰੇਨ ਤੇ ਹੋਰ ਸਨੋਫਾਲ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਤੇ ਸਿਸਟਮੈਟਿਕ ਸਪੇਸ ਦੇ ਨਾਲ ਚੱਲਦੀਆਂ ਨੇ ਤੇ ਇੱਥੋਂ ਸਾਨੂੰ ਆਕਸੀਜਨ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਹੁੰਦੀਆਂ ਨੇ। ਬਾਇਓਸਫੀਅਰ ਦੇ ਵਿੱਚ 3 ਮੇਜਰ ਰਿਲੀਜ਼ਮ ਹੁੰਦੇ ਆ ਅਰਥ ਦੇ, ਲੈਂਡ, ਵਾਟਰ ਤੇ ਏਅਰ। ਇਹ ਸਾਰੇ ਕੰਟੈਕਟ ਦੇ ਵਿੱਚ ਇਹ ਨੈਰੋ ਜ਼ੋਨ ਆ। ਇਹ ਜ਼ੋਨ ਜਿਹੜਾ ਵਾ ਇਹਨੂੰ ਕੰਟੈਕਟ ਨੂੰ ਜ਼ੋਨ ਵੀ ਕਿਹਾ ਜਾਂਦਾ, ਤਾਂ ਕਰਕੇ ਇਹਨੂੰ ਬਾਇਓਸਫੀਅਰ ਕਿਹਾ ਜਾਂਦਾ ਵਾ। ਇਹਦੇ ਵਿੱਚ ਆਲ ਲਿਵਿੰਗ ਜਿਹੜੇ ਆਰਗੇਨਿਜ਼ਮ ਹੁੰਦੇ ਆ ਜਿਵੇਂ ਪਲਾਂਟਸ ਤੇ ਐਨੀਮਲਸ ਜਿਹੜੇ ਨੇ ਉਹ ਲੀਵ ਕਰਦੇ ਆ ਇਸ ਜ਼ੋਨ ਦੇ ਵਿੱਚ। ਇਹਨੂੰ ਜ਼ੋਨ ਆਫ ਲਾਈਫ ਵੀ ਕਿਹਾ ਜਾਂਦਾ ਵਾ। ਇਹ ਯੂਨੀਕ ਫੀਚਰ ਹੈ ਇਹ ਅਰਥ ਦਾ, ਜੇਕਰ ਇਹ ਨਾ ਹੋਵੇ ਤਾਂ ਅਰਥ ਦੇ ਉੱਤੇ ਕੋਈ ਵੀ ਪਰਸਨ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਇਹਦੇ ਵਿੱਚ ਗ੍ਰੇਟਰ ਵੈਰਾਈਟੀਜ਼ ਦੇਖਣ ਨੂੰ ਮਿਲਦੀਆਂ ਨੇ ਇਸ ਰਿਲੀਜ਼ਮ ਦੇ ਵਿੱਚ। ਇਹਦੇ ਵਿੱਚ ਜਿਹੜੇ ਸਮਾਲ ਸਾਈਜ਼ ਦੇ ਸਮੋਲੈਸਟ ਬੈਕਟੀਰੀਆ ਤੇ ਲਾਰਜੈਸਟ ਵੀ ਜਿਹੜੇ ਨੇ ਵੇਲਸ ਤੇ ਐਲੀਫੈਂਟਸ ਇਹ ਸਾਰੇ ਰਹਿੰਦੇ ਆ। ਇਹ ਪਲੈਨਟਸ ਦੇ ਵਿੱਚ ਜਿਹੜਾ ਲਾਰਜ ਸਾਈਜ਼ ਜਾਂ ਸਮੋਲੈਸਟ ਫੰਗੀਜ਼ ਜਾਂ ਹੋਰ ਵੀ ਕਈ ਚੀਜ਼ਾਂ ਨੇ ਉਹ ਬਾਇਓਸਫੀਅਰ ਕਰਕੇ ਹੀ ਰਾਈਜ਼ ਹੁੰਦੇ ਆ, ਇੱਕ ਦੂਜੇ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਆ। ਸਾਰੇ ਰਿਲੀਜ਼ਮ ਜਿਹੜੇ ਨੇ ਉਹ ਇੱਕ ਦੂਜੇ ਨਾਲ ਜੁੜੇ ਹੋਏ ਨੇ। ਜੇਕਰ ਇਹਨਾਂ ਵਿੱਚ ਇੱਕ ਵੀ ਚੀਜ਼ ਇਫੈਕਟ ਹੁੰਦੀ ਆ ਤਾਂ ਇਹ ਸਾਰੀ ਚੀਜ਼ਾਂ ਨੂੰ ਇਫੈਕਟ ਕਰਦੀ ਆ। ਜਿਵੇਂ ਹੁਣ ਇਹਦੇ ਵਿੱਚ ਦੱਸਿਆ ਗਿਆ ਵਾ ਵੀ ਜੇਕਰ ਅਸੀਂ ਪਲਾਂਟਸ ਨੂੰ ਕੱਟਦੇ ਹਾਂ ਜਾਂ ਟਰੀਜ਼ ਨੂੰ ਕੱਟਦੇ ਹਾਂ ਤਾਂ ਇਹਦੇ ਨਾਲ ਵਾਟਰ, ਲੈਂਡ ਤੇ ਏਅਰ ਸਾਰੀਆਂ ਚੀਜ਼ਾਂ ਨੂੰ ਇਫੈਕਟ ਪੈਂਦਾ ਵਾ। ਤਾਂ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ। ਜੇਕਰ ਸਾਡੇ ਕਿਸੇ ਵੀ ਰਿਲੀਜ਼ਮ ਦੇ ਵਿੱਚ ਕੋਈ ਪ੍ਰੋਬਲਮ ਆਈ ਤਾਂ ਇਹਦੇ ਨਾਲ ਸਾਰੀਆਂ ਚੀਜ਼ਾਂ ਦੇ ਇਫੈਕਟ ਦੇਖਣ ਨੂੰ ਮਿਲੂਗਾ। ਉਸ ਤੋਂ ਬਾਅਦ ਆ ਦਿਖਾਇਆ ਗਿਆ ਮੈਨ ਮੇਡਸ, ਕੁਝ ਕੁ ਅਜਿਹੇ ਪੋਲਿਊਸ਼ਨਸ ਨੇ ਜਿਹੜੇ ਕਿ ਐਟਮੋਸਫਿਕ ਪੋਲਿਊਸ਼ਨ ਨੂੰ ਕ੍ਰੀਏਟ ਕਰਦਾ ਹੈ, ਜਿਹਦੇ ਨਾਲ ਬਾਇਓਸਫੀਅਰ ਜਿਹੜੀ ਆ ਬਹੁਤ ਜ਼ਿਆਦਾ ਇਫੈਕਟ ਹੁੰਦੀ ਆ। ਅਤੇ ਇਸ ਦੇ ਨਾਲ ਜਿਹੜਾ ਪੋਲਿਊਸ਼ਨ ਆ ਉਹ ਕ੍ਰੀਏਟ ਹੁੰਦਾ ਅਤੇ ਲੋਕਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਕਰਨੀਆਂ ਪੈਂਦੀਆਂ ਨੇ ਜਾਂ ਝੱਲਣੀਆਂ ਪੈਂਦੀਆਂ ਨੇ। ਲਿਥੋਸਫੀਅਰ ਅਤੇ ਹਾਈਡਰੋਸਫੀਅਰ ਦੇ ਉੱਤੇ ਵੀ ਬਹੁਤ ਜ਼ਿਆਦਾ ਇਫੈਕਟ ਪਾਉਂਦੀਆਂ ਨੇ। ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਪਿਓਰੀਫਾਈ ਕਰਨਾ ਚਾਹੀਦਾ ਵਾ। ਸਾਨੂੰ ਹਰੇਕ ਹਿਊਮਨ ਹੈ ਪਾਪੂਲੇਸ਼ਨ ਦੇ ਲਈ ਨਸੈਸਰੀ ਅਤੇ ਰਿਡਿਊਸ ਬਰਡਨ ਕਰਨਾ ਚਾਹੀਦਾ ਬਾਇਓਸਫੀਅਰ ਦੇ ਉੱਤੇ। ਨੈਚੁਰਲ ਰਿਸੋਰਸਿਸ ਜਿਹੜੇ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਯੂਜ਼ ਕਰਨਾ ਚਾਹੀਦਾ ਹੈ ਅਤੇ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਚਲਾਉਣਾ ਚਾਹੀਦਾ ਵਾ। ਅਤੇ ਇੱਕ ਮੋਟੋ ਦੇ ਉੱਤੇ ਚੱਲਣਾ ਚਾਹੀਦਾ, ਲਿਵ ਐਂਡ ਲੈਟ ਲੀਵ। ਆਪ ਵੀ ਜਿਓ ਅਤੇ ਦੂਸਰੇ ਨੂੰ ਵੀ ਜਿਉਣ ਦਿਓ, ਉਹਦੇ ਮੋਟਿਵ ਦੇ ਉੱਤੇ ਚੱਲਣਾ ਚਾਹੀਦਾ। ਕੁਛ ਕੁ ਟਰਮਸ ਜਿਵੇਂ ਲਿਥੋਸਫੀਅਰ ਕੀ ਆ, ਇੱਕ ਹਾਰਡੈਸਟ ਪਾਰਟ ਆ ਜਿਹੜਾ ਅਰਥ ਦਾ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਲਿਥੋਸਫੀਅਰ। ਹਾਈਡਰੋਸਫੀਅਰ ਜਿਹੜਾ ਵਾ ਵਾਟਰ ਦੇ ਨਾਲ ਯੂਜ਼ ਕਰਦਾ। ਬਾਇਓਸਫੀਅਰ ਜਿਹੜਾ ਵਾ ਐਟਮੋਸਫਿਕ ਥਿੰਗਸ ਦੇ ਨਾਲ, ਜਿਹਦੇ ਵਿੱਚ ਗੈਸਿਸ ਆ ਜਾਂਦੀਆਂ ਨੇ 78% ਜਿਹੜੀਆਂ ਨਾਈਟ੍ਰੋਜਨ ਆ, ਦੈਨ ਹੋਰ 21% ਆਕਸੀਜਨ, ਔਰਗਨਸ ਅਤੇ ਕਾਰਬਨ ਡਾਈਆਕਸਾਈਡ ਦੇਖਣ ਨੂੰ ਮਿਲਦੀਆਂ ਨੇ। ਤਾਂ ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਇਹ ਪਸੰਦ ਆਇਆ ਹੋਊਗਾ ਅਤੇ ਤੁਸੀਂ ਸਾਰਿਆਂ ਨੇ ਮੇਰੇ ਚੈਨਲ ਨੂੰ ਲਾਸਟ ਤੱਕ ਮੇਰੀ ਵੀਡੀਓ ਨੂੰ ਦੇਖਿਆ ਹੈ ਤਾਂ ਥੈਂਕ ਯੂ ਸੋ ਮਚ ਫॉर ਦਿਸ। ਮੈਂ ਹੋਰ ਵੀ ਚਾਹੂੰਗਾ ਜਿਹੜੇ ਬੱਚਿਆਂ ਨੂੰ ਮੇਰੇ ਵੀਡੀਓ ਵਧੀਆ ਲੱਗੇ ਉਹਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਇਸੇ ਤਰੀਕੇ ਨਾਲ ਮੈਂ ਨਵੀਆਂ ਵੀਡੀਓਜ਼ ਪਾਉਂਦਾ ਰਹੂੰਗਾ ਅਤੇ ਤੁਹਾਡੀ ਜਿਹੜੀ ਨੌਲੇਜ ਆ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੂੰਗਾ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਸੈਸ਼ਨ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ।